ਨਮਸਤੇ ਸਤਿ ਸ੍ਰੀ ਅਕਾਲ ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਜਿਹਨੂੰ ਸਿਟੀ ਬਿਊਟੀਫੁਲ ਵੀ ਆਖਿਆ ਜਾਂਦਾ ਹੈ, ਆਪਣੇ ਆਪ ਵਿੱਚ ਪੂਰੇ ਦੇਸ਼ ਦੇ ਅੰਦਰ ਇੱਕ ਵੱਖਰੀ ਥਾਂ ਰੱਖਦਾ ਹੈ ਕਿਉਂਕਿ ਇਸ ਨੂੰ ਪਲੈਨਡ ਸਿਟੀ ਆਖਿਆ ਜਾਂਦਾ ਹੈ। ਲੇਕਿਨ ਇਸ ਪਲੈਨਡ ਸਿਟੀ ਦੇ ਵਿੱਚ ਰਹਿ ਰਹੇ ਲੋਕ ਜਿਹੜੇ ਕਿ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਸ਼ੁਰੂ ਤੋਂ ਆਪਣਾ ਆਸ਼ੀਆਨਾ ਬਣਾਈ ਬੈਠੇ ਹਨ, ਹੁਣ ਉਹਨਾਂ ਦੇ ਉੱਤੇ ਹਾਊਸਿੰਗ ਬੋਰਡ ਵੱਲੋਂ ਕਈ ਤਰ੍ਹਾਂ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਲੇਕਿਨ ਹਾਊਸਿੰਗ ਬੋਰਡ ਵੱਲੋਂ ਉਹਨਾਂ ਬੇਸਿਕ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਹੜੀਆਂ ਕੰਸਟਰਕਸ਼ਨ ਦੇ ਟਾਈਮ ਖਿਆਲ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਜਾਂ ਰੱਖੀਆਂ ਜਾਣੀਆਂ ਚਾਹੀਦੀਆਂ ਸੀ। ਅਜਿਹੇ ਹੀ ਕੁਝ ਲੋਕ ਜਿਹੜੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਰਹਿ ਰਹੇ ਨੇ, ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਹਨ, ਉਹ ਸਾਡੇ ਨਾਲ ਇਸ ਵੇਲੇ ਹਨ। ਉਹਨਾਂ ਦੇ ਕੋਲੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੀਆਂ ਮੁਸੀਬਤਾਂ ਤੇ ਕਿਸ ਤਰੀਕੇ ਦੀਆਂ ਖਾਮੀਆਂ ਜਿਹੜੀਆਂ ਹੈਗੀਆਂ ਉਹ ਹਾਊਸਿੰਗ ਬੋਰਡ ਦੇ ਜਿਨ੍ਹਾਂ ਨੂੰ ਪਲੈਨਡ ਤਰੀਕੇ ਨਾਲ ਬਣਾ ਕੇ ਮਕਾਨ ਦਿੱਤੇ ਗਏ ਸੀ ਉਹਦੇ ਵਿੱਚ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ। ਜੀ ਵੀਰ ਜੀ, ਸਭ ਤੋਂ ਪਹਿਲੇ ਤੁਸੀਂ ਆਪਣਾ ਨਾਮ ਦੱਸੋ। ਦੀਪਕ ਜਗੋਤਾ। ਦੀਪਕ ਜੀ, ਕੀ ਕਹਿਣਾ ਚਾਹੋਗੇ ਕਿ ਹਾਊਸਿੰਗ ਬੋਰਡ ਦੇ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ ਤੇ ਕਿਸ ਜ਼ਮਾਨੇ 'ਚ ਘਰ ਲਿੱਤਾ ਸੀ ਤੇ ਅੱਜ ਨੀਡ ਬੇਸ ਚੇਂਜਿਸ ਵੀ ਜਿਹੜੀਆਂ ਕੀਤੀਆਂ ਗਈਆਂ ਉਹਨਾਂ ਨੂੰ ਲੈ ਕੇ ਜਾਂ ਫਿਰ ਹੋਰ ਕਿਸ ਤਰੀਕੇ ਦੀ ਵੱਡੀ ਦਿੱਕਤ ਤੁਸੀਂ ਸਮਝਦੇ ਹੋ ਵੀ ਖਾਮੀ ਸੀਗੀ ਹਾਊਸਿੰਗ ਬੋਰਡ ਦੇ ਪਲਾਨ ਦੇ ਵਿੱਚ? ਸਰ, ਹਾਊਸਿੰਗ ਬੋਰਡ ਦੀ ਮੈਨੂੰ 78 ਦੀ ਮੇਰੇ ਫਾਦਰ ਦੀ ਅਲਾਟਮੈਂਟ ਹੈਗੀ ਹੈ। ਉਸ ਟਾਈਮ ਤੇ ਜਦ ਚੰਡੀਗੜ੍ਹ ਨੂੰ ਤਾਂ ਅਸੀਂ ਪਲੈਨ ਸਿਟੀ ਕਹਿੰਦੇ ਆ, ਸਾਨੂੰ ਡੁਪਲੈਕਸ ਹਾਊਸਿਸ ਦੀ ਅਲਾਟਮੈਂਟ ਦਿੱਤੀ LIG ਕੈਟਾਗਰੀ 'ਚ। ਗਰਾਊਂਡ ਫਲੋਰ ਕਿਸੇ ਹੋਰ ਕੋਲ ਰਹਿੰਦਾ ਹੈ, ਫਸਟ ਔਰ ਸੈਕੰਡ ਫਲੋਰ ਇੱਕ ਬੰਦੇ ਕੋਲ ਰਹਿੰਦਾ ਹੈ। ਜਦ ਫਸਟ ਔਰ ਸੈਕੰਡ ਫਲੋਰ ਮੇਰੇ ਫਾਦਰ ਸਾਹਿਬ ਨੂੰ ਅਲਾਟ ਹੋਇਆ ਤਾਂ ਫਸਟ ਫਲੋਰ ਦੇ ਉੱਤੇ ਵਾਸ਼ਰੂਮਸ ਹੀ ਨਹੀਂ ਹੈਗੇ ਨੇ। ਕਿਚਨ ਫਸਟ ਫਲੋਰ ਤੇ ਹੈਗੀ ਹੈ, ਵਾਸ਼ਰੂਮਸ ਨਹੀਂ ਹੈਗੇ ਨੇ। ਅੱਜ ਫਾਦਰ ਸਾਹਿਬ ਦੀ ਉਮਰ ਜਿਹੜੀ ਹੈ 77 ਸਾਲ ਦੇ ਆਸ-ਪਾਸ ਹੋ ਗਈ, ਲੇਕਿਨ ਉਹਨਾਂ ਨੂੰ ਵਾਸ਼ਰੂਮ ਜਾਣ ਲਈ ਬਹੁਤ ਹੱਦ ਤੋਂ ਵੱਧ ਤਕਲੀਫ ਹੁੰਦੀ ਹੈ। ਅਸੀਂ ਇਹੀ ਕਹਿੰਦੇ ਹਾਂ ਕਿ ਸਾਨੂੰ ਬਈ ਘੱਟੋ ਘੱਟ ਇੱਕ ਵਾਸ਼ਰੂਮ ਬਣਾਉਣ ਦਾ ਹੀ ਫਸਟ ਫਲੋਰ ਤੇ ਪ੍ਰਾਵਧਾਨ ਦੇ ਦਿੱਤਾ ਜਾਵੇ, ਪਰ ਹਾਊਸਿੰਗ ਬੋਰਡ ਅੱਜ ਵੀ ਸਾਡੀ ਕੋਈ ਨਹੀਂ ਸੁਣਦਾ। ਜਿਹੜੇ ਲੋਕਾਂ ਨੇ ਵੀ ਆਪਣੇ ਆ ਵਾਸ਼ਰੂਮ ਬਣਾ ਲਏ ਉਹ ਉਹਨਾਂ ਨੂੰ ਕਹਿੰਦੇ ਆ ਜੀ ਡਿਮੋਲਿਸ਼ ਕਰ ਦਿਓ, ਇਹਨਾਂ ਨੂੰ ਤੋੜ ਦਿਓ। ਤੇ ਇੱਕ ਮੇਰਾ ਸਿੰਪਲ ਜਿਹਾ ਕੁਐਸਚਨ ਹੈਗਾ ਕਿ ਅੱਜ ਦੀ ਰੇਟ 'ਚ ਜਦ ਚੰਡੀਗੜ੍ਹ 'ਚ ਮੈਕਸਿਮਮ 60+ ਦੇ ਬੰਦਿਆਂ ਦੇ ਗੋਡੇ ਹੀ ਨਹੀਂ ਚੱਲਦੇ, ਉਹ ਫਸਟ ਫਲੋਰ ਤੋਂ ਟਾਪ ਫਲੋਰ ਦੇ ਬਾਥਰੂਮ ਜਾਣ ਕਿੱਦਾਂ? ਤੇ ਜੇ ਜਾਣ ਹੀ ਨਾ ਤੇ ਫਿਰ ਚੰਡੀਗੜ੍ਹ ਦੇ ਵਿੱਚ ਰਹਿਣ ਕਿੱਦਾਂ? ਤੇ ਫਿਰ ਚੰਡੀਗੜ੍ਹ ਇੱਕ ਪਲੈਨਡ ਸਿਟੀ ਹੋਇਆ ਕਿੱਦਾਂ ਜਦ 77-78 'ਚ ਅਲਾਟਮੈਂਟ ਕਰਦੇ ਹੋਏ ਇਹ ਚੀਜ਼ ਸੋਚੀ ਹੀ ਨਹੀਂ ਗਈ ਕਿ ਹਰ ਮੰਜ਼ਿਲ ਦੇ ਉੱਤੇ ਇੱਕ ਵਾਸ਼ਰੂਮ ਚਾਹੀਦਾ ਹੈ। ਚੰਡੀਗੜ੍ਹ 'ਚ ਜਿਹੜੇ ਵੀ ਬਿਊਰੋਕਰੇਟਸ ਆਉਂਦੇ ਆ, ਲੀਡਰਸ ਆਉਂਦੇ ਆ, ਉਹ ਸਭ ਤੋਂ ਪਹਿਲਾਂ ਆਪਣੇ ਕਮਰੇ ਦੇ ਨਾਲ ਇੱਕ ਅਟੈਚ ਵਧੀਆ ਆਲੀਸ਼ਾਨ ਵਾਸ਼ਰੂਮ ਬਣਾ ਲੈਂਦੇ ਆ, ਲੇਕਿਨ ਉਹ ਇਹ ਨਹੀਂ ਦੇਖਦੇ ਕਿ ਇੱਕ ਫੈਮਿਲੀ ਜਿੱਥੇ 4-6 ਬੰਦੇ ਰਹਿ ਰਹੇ ਨੇ ਉਹ ਬੰਦੇ ਬਾਥਰੂਮ ਯੂਜ਼ ਕਿੱਦਾਂ ਕਰਨ ਜਾਂ ਕਿੱਥੇ ਜਾਣ, ਕੀ ਕਰਨ। ਜਿਹੜੀ ਬੇਸਿਕ ਨੈਸੈਸਿਟੀ ਹੈ ਬੋਰਡ ਸਾਨੂੰ ਉਹ ਵੀ ਪੂਰੀ ਨਹੀਂ ਕਰਕੇ ਦੇ ਪਾ ਰਿਹਾ। ਇਹ ਦੋਸਤੋ ਤਮਾਮ ਅਜਿਹੇ ਸਵਾਲ ਨੇ ਨਾ ਲੋਕਾਂ ਦੇ ਜਿਨ੍ਹਾਂ ਦਾ ਜਵਾਬ ਕਿਸੇ ਨਾ ਕਿਸੇ ਦਿਨ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨੂੰ ਦੇਣਾ ਪਵੇਗਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕੋਲ ਪੁੱਜ ਕੇ ਜਿਹੜਾ ਹੈਗਾ ਇਸ ਪਲਾਨ ਨੂੰ ਲੈ ਕੇ, ਇਹਨਾਂ ਤਮਾਮ ਪੇਸ਼ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ। ਲੇਕਿਨ ਜ਼ਿਆਦਾਤਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਇਹੀ ਮੰਨਣਾ ਕਿ ਹਾਊਸਿੰਗ ਬੋਰਡ ਵੱਲੋਂ ਨਾਜਾਇਜ਼ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਉਹ ਪਾਬੰਦੀਆਂ ਲਗਾਈਆਂ ਗਈਆਂ, ਨੋਟਿਸਿਸ ਭੇਜੇ ਗਏ ਅਤੇ ਹੋਰ ਕਿਸ ਤਰੀਕੇ ਦਾ ਵਤੀਰਾ ਹਾਊਸਿੰਗ ਬੋਰਡ ਵੱਲੋਂ ਤਮਾਮ ਲੋਕਾਂ ਦੇ ਨਾਲ ਵਰਤਿਆ ਜਾ ਰਿਹਾ ਜਿਨ੍ਹਾਂ ਨੇ ਨੀਡ ਬੇਸ ਦੇ ਹਿਸਾਬ ਨਾਲ ਚੇਂਜ ਕਰਕੇ ਆਪਣੀ ਜ਼ਿੰਦਗੀ ਨੂੰ ਉਸੇ ਦੇ ਵਿੱਚ ਸੈਟਲ ਕਰ ਲਿਆ। ਇਹ ਜਾਣਨ ਦੇ ਲਈ ਸਾਡੇ ਨਾਲ ਬਾਊ ਜੀ ਨੇ। ਸਰ, ਤੁਸੀਂ ਸਭ ਤੋਂ ਪਹਿਲੇ ਆਪਣਾ ਨਾਮ। ਹਾਂਜੀ ਸਰ, ਮੇਰਾ ਨਾਮ ਨਿਰਮਲ ਦੱਤ ਹੈ ਤੇ ਮੈਂ ਚੰਡੀਗੜ੍ਹ CHV ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਨਾਲ ਮੇਰਾ ਸੰਬੰਧ ਹੈ ਤੇ ਅਸੀਂ ਤਕਰੀਬਨ ਪਿਛਲੇ 30 ਸਾਲਾਂ ਤੋਂ ਇਹ ਬੋਰਡ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹ ਸਮੱਸਿਆਵਾਂ ਇਹ ਨੇ ਕਿ ਸਭ ਤੋਂ ਜਿਹੜਾ ਬੋਰਡ ਹੈ, ਇਹ ਬੋਰਡ ਨੇ ਜਿਵੇਂ ਦੀਪਕ ਦੱਸ ਕੇ ਹਟਿਆ ਕਿ ਫਾਲਟੀ ਕੰਸਟਰਕਸ਼ਨ ਹੈ, ਪੂਅਰ ਕੰਸਟਰਕਸ਼ਨ ਹੈ। ਅਸੀਂ ਜਿੰਨੇ ਵੀ ਉਹ ਘਰਾਂ 'ਚ ਰਹਿੰਦੇ ਅਸੀਂ ਉਹ ਘਰਾਂ ਦੀ 4-4 ਵਾਰ ਰਿਨੋਵੇਸ਼ਨ ਕਰਾ ਚੁੱਕੇ ਹਾਂ। ਤੇ ਜਿਹੜਾ ਬੋਰਡ ਹੈ ਸਭ ਤੋਂ ਪਹਿਲਾਂ ਵਾਇਲੇਟਰ ਬਾਈ ਲਾਜ਼ ਦਾ ਬੋਰਡ ਆਪ ਹੈ। ਬੋਰਡ ਨੇ ਹਜ਼ਾਰਾਂ ਮਕਾਨ ਲੋਕਾਂ ਨੂੰ ਦਿੱਤੇ ਹੋਏ ਨੇ ਜਿਹਦੇ 'ਚ ਕਿਚਨ, ਜਿਹਦੇ 'ਚ ਰੂਮਸ ਤੇ ਜਿਹਦੇ 'ਚ ਬਾਥਰੂਮਸ ਦੀ ਡਾਇਮੈਂਸ਼ਨ ਬਾਈ ਲਾਜ਼ ਤੋਂ ਘੱਟ ਹੈ। ਬੋਰਡ ਪਹਿਲਾ ਟਰਾਂਸਗ੍ਰੈਸਰ ਆਫ ਰੂਲਸ ਹੈਗਾ ਚੰਡੀਗੜ੍ਹ 'ਚ। ਤੇ ਇੱਕ ਤਾਂ ਉੱਥੋਂ ਹੀ ਸਾਡੀ ਬਿਮਾਰੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਇਹ ਹੋਇਆ ਕਿ ਬੋਰਡ ਦੇ ਅੱਜ ਤੱਕ 30-40 ਸਾਲਾਂ 'ਚ ਜਿਹੜਾ ਬੋਰਡ ਦਾ ਜਿਹਨੂੰ ਐਨਫੋਰਸਮੈਂਟ ਸਟਾਫ ਕਹਿੰਦੇ ਹੋ, ਉਹਨਾਂ ਨੇ ਲੋਕਾਂ ਨੂੰ ਗਾਈਡ ਨਹੀਂ ਕੀਤਾ, ਉਹਨਾਂ ਨੇ ਲੋਕਾਂ ਨੂੰ ਰੋਕਿਆ ਨਹੀਂ। ਉਹਨਾਂ ਨੇ ਲੋਕਾਂ ਦੀ ਮਜਬੂਰੀ ਜਿਹੜੀਆਂ ਜਦੋਂ ਉਹਨਾਂ ਨੇ ਨੀਡ ਬੇਸ ਚੇਂਜਸ ਕਰਨੀਆਂ ਚਾਹੀਆਂ, ਉਹਨਾਂ ਦੀ ਮਜਬੂਰੀ ਤੋਂ ਪੈਸੇ ਬਣਾ ਕੇ ਉਹਨਾਂ ਨੂੰ ਖੱਬੇ ਸੱਜੇ ਜੋ ਕਰਨ ਦਿੱਤਾ ਉਹਨਾਂ ਨੇ ਕਰਨ ਦਿੱਤਾ। ਸੋ ਸਾਡੀਆਂ 2 ਮੇਜਰ ਪ੍ਰੋਬਲਮਸ ਹੋ ਗਈਆਂ, ਇੱਕ ਐਕਸੈਸਿਵ ਕਵਰਡ ਏਰੀਆ, ਦੂਸਰਾ ਸਟਰਕਚਰਲ ਸਿਕਿਉਰਿਟੀ। ਇਹ ਸਾਡੀਆਂ ਮੇਜਰ ਪ੍ਰੋਬਲਮਸ ਨੇ। ਇਹ 2001 ਤੱਕ ਕ੍ਰੀਏਟ ਹੋ ਗਈਆਂ ਸੀ ਪਰ ਕਿਸੇ ਨੇ ਸੀਰੀਅਸਲੀ ਇਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਤੋਂ ਬਾਅਦ 5-6 ਨੋਟੀਫਿਕੇਸ਼ਨ ਹੋਈਆਂ ਨੇ, ਇਹ ਸੋਲੂਸ਼ਨ ਨਹੀਂ ਨਿਕਲਿਆ। ਪਰ ਹੁਣ ਫਾਈਨਲੀ ਅਸੀਂ ਸਾਰੇ ਜੇ ਅਸੀਂ ਅੱਜ ਆਪਣੇ ਬੋਰਡ ਮੈਂਬਰਾਂ ਨੂੰ ਮਿਲੇ ਵੀ ਤੇ ਉਹ ਸਾਡੇ ਕੋਲ ਇੱਕ ਦਿੱਲੀ ਸੋਲੂਸ਼ਨ ਹੈ ਜਿਹਦੇ 'ਚ ਸਾਰੀਆਂ ਪ੍ਰੋਬਲਮ, ਜਿਹਦੇ 'ਚ ਸਿਕਿਉਰਿਟੀ ਆਫ ਸਟਰਕਚਰ ਤੇ ਜਿਹਦੇ 'ਚ ਕਵਰਡ ਏਰੀਆ ਕੰਪਲੀਟਲੀ ਇਹ ਪ੍ਰੋਬਲਮ ਸੋਲਵ ਹੁੰਦੀ ਹੈ। ਇਹ ਸਿਰਫ ਦਿੱਲੀ 'ਚ ਨਹੀਂ, ਇਹ ਸਾਡੇ ਮੇਰੇ ਸਾਥੀ ਧਵਨ ਸਾਹਿਬ ਦੱਸਣਗੇ ਕਿ ਕਿਵੇਂ ਗੋਆ 'ਚ ਕਈ ਸਟੇਟਾਂ 'ਚ ਇਹ ਲੱਗ ਚੁੱਕਿਆ ਤੇ ਸਾਡਾ
ਹੁਣ ਮਤਲਬ ਕੀਤਾ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਉਹ ਦਿੱਲੀ ਸੋਲੂਸ਼ਨ ਚਾਹੀਦਾ ਹੈ ਤੇ ਉਹ ਹੀ ਸਾਡੀ ਪ੍ਰੋਬਲਮ ਦਾ ਪਰਮਾਨੈਂਟ ਹੱਲ ਹੈਗਾ, ਉਹ ਤੋਂ ਉਰੇ ਕੋਈ ਗੱਲ ਬਣਨੀ ਨਹੀਂ। ਥੈਂਕ ਯੂ ਵੈਰੀ ਮਚ। ਜੀ ਜੇਕਰ ਗੱਲ ਕੀਤੀ ਜਾਵੇ ਤੇ ਜ਼ਿਆਦਾਤਰ ਲੋਕ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਨੇ ਉਹਨਾਂ ਨੇ ਮਿਲ ਕੇ ਦਿੱਲੀ ਮੋਡਿਊਲ ਦਾ ਜਿਹੜਾ ਮਾਡਲ ਹੈ ਉਹ ਹਾਊਸਿੰਗ ਬੋਰਡ ਦੇ ਅਫਸਰਾਂ ਦੇ ਸਾਹਮਣੇ ਵੀ ਰੱਖਿਆ ਅਤੇ ਇਹ ਵੀ ਗੁਜ਼ਾਰਿਸ਼ ਕੀਤੇ ਜਾਣ ਦੀ ਉਹ ਗੱਲ ਕਹਿ ਰਹੇ ਨੇ ਕਿ ਵੀ ਇਸੇ ਮਾਡਲ ਨੂੰ ਅਗਰ ਉਹ ਲਾਗੂ ਕਰਦੇ ਨੇ ਤਾਂ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਨੇ ਉਹ ਦੂਰ ਹੋ ਸਕਦੀਆਂ। ਇਸ ਤੋਂ ਇਲਾਵਾ ਹਾਊਸਿੰਗ ਬੋਰਡ ਦੇ ਮਕਾਨਾਂ ਦੇ ਟਰਾਂਸਫਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਵੀ ਕਿਸ ਤਰੀਕੇ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਅਸੀਂ ਬਾਊ ਜੀ ਕੋਲੋਂ ਜਾਣਨਾ ਚਾਹਾਂਗੇ। ਜੀ ਬਾਊ ਜੀ, ਸਭ ਤੋਂ ਪਹਿਲੇ ਆਪਣਾ ਨਾਮ ਦੱਸੋ। ਕੇ ਨਿਰਮਲ ਜੀ ਨਿਰਮਲ ਜੀ, ਕੀ ਕਹਿਣਾ ਚਾਹੋਗੇ ਕਿ ਨੀਡ ਬੇਸ ਚੇਂਜਸ ਤੋਂ ਬਾਅਦ ਜਿਹੜਾ ਹੈਗਾ ਟਰਾਂਸਫਰ ਕਈ ਲੋਕਾਂ ਦੇ ਮਕਾਨ ਹੋਣੇ ਰੁਕ ਗਏ ਹੈ, ਉਹਦੇ ਵਿੱਚ ਹਾਊਸਿੰਗ ਬੋਰਡ ਕਿੰਨੀ ਕੁ ਆਪਣਾ ਅਹਿਮ ਰੋਲ ਨਿਭਾ ਰਿਹਾ ਤੇ ਲੋਕ ਕੀ ਚਾਹते हैं? ट्रांसफ़र और वायलेशन ये दोनों चीज़ें सेपरेट है, क्योंकि जब से मकान बने हैं तब से वायलेशन इन लोगों ने खुद ने करवाई है। चंडीगढ़ हाउसिंग बोर्ड एक ऐसी एजेंसी है पूरे वर्ल्ड में जिनकी देख में 90% मोर देन 90% लोगों ने वायलेशन की है। ये की नहीं की है बल्कि करवाई गई है पैसा लेकर के, और आज भी वो चल रहा है। तो क्या इस चीज़ को ये अलग अलग करके जो ट्रांसफ़र हो रहे हैं उनको मालिकाना हक दिया जाए। कुछ लोग मकान ऐसे हैं जो अभी तक ओरिजिनल अलॉटमेंट के नाम पर पड़े हुए हैं, 2-3 दफ़े बीत चुके, ओनर जो है वो अपने नाम पे नहीं करवा सका क्यों, उसमें वायलेशन है। तो उसमें वायलेशन को अगर ये रेगुलाइज अलग करके वायलेशन इसको रेगुलाइज करते हैं, अलॉटमेंट उसके नाम पे कर देते हैं, तो इससे इनको ट्रांसफ़र फीस भी मिलेगी गवर्नमेंट को, और उसका पब्लिक जो है वो परेशानी होगी। आज पब्लिक को परेशान करने का बहुत बढ़िया तरीका निकाला हुआ है ये, मैं तो यही कहूँगा इसको अलग अलग किया जाए। वायलेशन एंड ट्रांसफ़र बिल्कुल सेपरेट किया जाए, ये दोनों सब्जेक्ट इशू है, दोनों अलग इशू है। और चंडीगढ़ हाउसिंग बोर्ड वाले तो रेजिडेंट पीस रहे हैं। पहले तो पैसे उन्होंने हाउसिंग बोर्ड वालों को दिए, अब वो पेनल्टी कह रहे हैं, पेनल्टी लगाओ और 1 ईयर चार्जेस दो जगह पैसे देने पड़ रहे हैं। एक तो पहले पीस रहे हैं लोगों, ऑफिसर से पैसे ले लिए, अब चंडीगढ़ हाउसिंग बोर्ड और पैसे मांग रहा है, कहाँ से पैसे देगा बंदा बताइए। बच्चे छोटे छोटे हैं, सारे बच्चे बंदा अपना एक पैसा जोड़ के अपने मकान बनाया है, हमें मालिकाना हक नहीं मिल रहा। ये पता नहीं कौन सा बात है जी, हमारा बात सुनी जाए, नहीं तो हम सड़कों पर आएंगे, यही होगा जी। ਜੀ ਵੱਖ-ਵੱਖ ਦਿੱਕਤਾਂ ਵੱਖ-ਵੱਖ ਤਰੀਕੇ ਦੇ ਲੋਕਾਂ ਨੂੰ ਹਾਊਸਿੰਗ ਬੋਰਡ ਦੇ ਇਹਨਾਂ ਮਕਾਨਾਂ ਦੇ ਵਿੱਚ ਹੋ ਰਹੀਆਂ ਨੇ ਅਤੇ ਇਹ ਸਭ ਕੁਝ ਹੋ ਰਿਹਾ ਹਾਊਸਿੰਗ ਬੋਰਡ ਦੀ ਆਪਣੀ ਬਣਾਈ ਹੋਈ ਨੀਤੀ ਦੇ ਚੱਲਦੇ। ਇੱਥੇ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ। ਜੀ ਸਰ, ਤੁਸੀਂ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ। ਮੇਰਾ ਨਾਮ ਏਸੀ ਧਵਨ ਹੈ ਜੀ। ਜੀ ਧਵਨ ਸਾਹਿਬ, ਕੀ ਕਹਿਣਾ ਚਾਹੋਗੇ ਕਿ ਹਾਊਸਿੰਗ ਬੋਰਡ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਜਿਹੜੀਆਂ ਇਕੱਠੀਆਂ ਹੋ ਰਹੀਆਂ ਬਾਰ-ਬਾਰ, ਇਹਦਾ ਮੁੱਖ ਕਾਰਨ ਕੀ ਹੈ? ਇਹਦਾ ਮੁੱਖ ਕਾਰਨ ਇਹ ਹੈ ਜੀ ਕਿ ਜਦੋਂ ਦਾ ਹਾਊਸਿੰਗ ਬੋਰਡ ਬਣਿਆ ਹੈਗਾ, ਅਲਾਟਮੈਂਟਸ ਹੋਈਆਂ, ਅਲਾਟਮੈਂਟ ਜਦੋਂ ਹੋਈਆਂ ਉਦੋਂ ਬਾਅਦ 25 ਸਾਲ ਬਾਅਦ ਹਾਊਸਿੰਗ ਬੋਰਡ ਨੇ ਨੀਡ ਬੇਸ ਚੇਂਜਸ ਪਹਿਲੀ ਵਾਰੀ 2001 ਚ ਅਲਾਟ ਕੀਤੀਆਂ ਸੀਗੀਆਂ ਕਿ ਵੀ ਇਹ ਤੁਹਾਨੂੰ ਅਸੀਂ 53 ਨੀਡ ਬੇਸ ਚੇਂਜਸ ਦੇਤੀਆਂ ਹੈਗੀਆਂ। ਲੋਕਾਂ ਨੇ ਇਹਨਾਂ ਨੇ ਕੋਈ ਫਰੇਮ ਨਹੀਂ ਦਿੱਤਾ ਕਿ ਇਹਦੇ ਕੀ ਚਾਰजेस ਲੱਗਣਗੇ, ਕੁਝ ਨਹੀਂ। ਇਹਨਾਂ ਨੇ ਕਹਿਤਾ ਕਿ ਵੀ ਪਿੱਛੇ ਮਕਾਨ ਬਣਾ ਲਓ, ਗੈਲਰੀ ਅੱਗੇ ਤੁਸੀਂ ਵਧਾ ਲਓ, ਆਪਣਾ ਅੱਗੇ ਗੇਟ ਕੱਢ ਲਓ, ਇਹ ਸਾਰੀਆਂ ਚੀਜ਼ਾਂ ਹੋਈਆਂ। ਉਦੋਂ ਬਾਅਦ ਇਹਨਾਂ ਨੇ 2001 ਦੇ ਵਿੱਚ ਪਹਿਲੇ ਦਿੱਤੀਆਂ 53, ਉਦੋਂ ਬਾਅਦ 2010 ਦੇ ਵਿੱਚ ਉਹਨੂੰ ਘਟਾ ਕੇ 43 ਕਰ ਦਿੱਤੀਆਂ। ਉਦੋਂ ਬਾਅਦ ਫਿਰ ਇਹਨਾਂ ਨੇ 2019 ਦੇ ਵਿੱਚ ਆ ਕੇ ਸਿਰਫ 6 ਜਾਂ 8 ਕਰ ਦਿੱਤੀਆਂ ਤੇ ਬਾਕੀ ਸਾਰੀਆਂ ਵਿਡਰਾ ਕਰ ਲੀਆਂ। ਹੁਣ ਸਾਡੀ ਇਹ ਪ੍ਰੋਬਲਮ ਹੈਗੀ ਹੈ ਕਿ ਜਿਹੜੇ ਬੰਦੇ 2000 ਸੰਨ ਦੇ ਵਿੱਚ ਪਿੱਛੇ ਕਮਰਾ ਪਾ ਚੁੱਕੇ ਸੀਗੇ, ਉਹ ਕਮਰੇ ਨੂੰ ਹੁਣੇ ਕਹਿੰਦੇ ਜੀ ਕਿ 150 ਸਕੁਅਰ ਫੁੱਟ ਕਰ ਲਓ। ਜਿਹੜੇ ਬੰਦੇ ਨੇ 200 ਸਕੁਅਰ ਫੁੱਟ ਬਣਾ ਲਿਆ ਜਾਂ 250 ਸਕੁਅਰ ਫੁੱਟ ਬਣਾ ਲਿਆ, ਸਟਰਕਚਰ ਸੇਫਟੀ ਉਹਦੀ ਹੈਗੀ ਹੈ। ਤੇ ਅਸੀਂ ਇਹ ਕਹਿ ਰਹੇ ਕਿ ਵੀ ਦਿੱਲੀ ਦੇ ਵਿੱਚ 1999 ਦੇ ਵਿੱਚ ਇੱਕ ਸਕੀਮ ਆਈ ਸੀਗੀ, ਵਿਜੇ ਕੁਮਾਰ ਮਲਹੋਤਰਾ ਜੀ ਲੈ ਕੇ ਆਏ ਸੀਗੇ। ਉਹਨਾਂ ਨੇ ਕੀਤਾ ਕੀ ਸੀਗਾ, ਉਹਨਾਂ ਨੇ ਇੱਕ ਸਾਰਾ ਫਰੇਮ ਬਣਾਤਾ ਕਿ ਜਿਹਨੇ ਜੋ ਬਣਾ ਲਿਆ ਹੈਗਾ FAR ਵਧਾਤਾ 100% ਤੱਕ ਕਰ ਦਿੱਤਾ, ਔਰ FAR ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਵੀ ਜਿਹਨੇ ਜੋ ਬਣਾ ਲਿਆ ਹੈਗਾ ਉਹਨੂੰ ਅਸੀਂ ਜਿਹਨੇ ਤਾਂ ਵਿਦਿਨ ਕੰਪਾਊਂਡਿੰਗ ਏਰੀਆ ਕੀਤਾ ਹੈਗਾ ਉਹਨੂੰ ਤਾਂ ਉਹਨਾਂ ਨੇ ਕਹਿਤਾ ਕਿ ਵੀ ਇਹ ਕੰਪਾਊਂਡਿੰਗ ਹੈਗੀ ਹੈ, ਔਰ ਜਿਹਨੇ ਕੋਈ ਐਕਸਟਰਾ ਕੀਤਾ ਉਹਨੇ ਉਹਨੂੰ ਲਾਲ ਲਕੀਰ ਤੇ ਯੈਲੋ ਲਕੀਰ ਬਣਾਤੀ ਕਿ ਵੀ ਇਹ ਤਾਂ ਤੁਹਾਡਾ ਵਿਦਿਨ ਕੰਪਾਊਂਡੇਬਲ ਹੈਗਾ, ਇਹ ਤੁਹਾਡਾ ਐਕਸਟਰਾ ਕੰਪਾਊਂਡੇਬਲ ਹੈਗਾ। ਉਹਦੀ 1 ਟਾਈਮ ਫੀਸ ਲੈ ਲਈ, ਨਾਲ ਉਹਨਾਂ ਨੂੰ ਕਹਿਤਾ ਕਿ ਵੀ ਤੁਹਾਨੂੰ ਲੀਗਲ ਰਾਈਟ ਇਹਦਾ ਨਹੀਂ ਦਿੱਤਾ ਜਾਏਗਾ ਜਿਹੜਾ ਐਕਸਟਰਾ ਕੰਪਾਊਂਡੇਬਲ ਤੁਸੀਂ ਕੀਤਾ ਹੈ, ਪਰ ਇਹਨੂੰ ਤੋੜਿਆ ਵੀ ਨਹੀਂ ਜਾਏਗਾ। ਅਸੀਂ ਇਹ ਚਾਹੁੰਦੇ ਹੈਗੇ ਕਿ ਜਿਵੇਂ ਦਿੱਲੀ ਵਾਲੇ ਨੇ ਕੀਤਾ ਸੀਗਾ ਉਸ ਤਰ੍ਹਾਂ ਹੀ ਇੱਥੇ ਚੰਡੀਗੜ੍ਹ ਦੇ ਵਿੱਚ ਅਲਾਓ ਕਰ ਦਿੱਤਾ ਜਾਏ। ਸਿਮਿਲਰਲੀ ਉੜੀਸਾ ਗਵਰਨਮੈਂਟ ਨੇ, ਝਾਰਖੰਡ ਗਵਰਨਮੈਂਟ ਨੇ
ਔਰ ਗੋਆ ਨੇ, ਇਹਨਾਂ ਤਿੰਨਾਂ ਸਟੇਟਾਂ ਨੇ ਦਿੱਲੀ ਮੋਡੂਲ ਨੂੰ ਹੀ ਐਪਲੀਕੇਬਲ ਕੀਤਾ। ਉਹਨਾਂ ਨੇ ਕਰਨਾਟਕਾ ਦੇ ਵਿੱਚ ਵੀ ਆ ਗਿਆ, ਉਹਦੇ 100% ਕਵਰਡ ਏਰੀਆ ਦੇ ਦਿੱਤਾ ਔਰ ਜਿਹਨੇ ਜੋ ਬਣਾ ਲਿਆ ਵਿਦਿਨ ਪਲਾਟ ਏਰੀਆ ਜੋ ਉਹਨੇ ਕਰ ਲਿਆ ਹੈਗਾ। ਔਰ ਬਾਲਕਨੀ ਉਹਨਾਂ ਨੇ ਪਬਲਿਕ ਲੈਂਡ ਦੇ ਉੱਤੇ ਸੀਗੀ, ਉਹ ਵੀ ਉਹਨਾਂ ਨੇ ਅਲਾਉ ਕਰ ਦਿੱਤੀ ਕਿ ਜੇ ਕਿਸੇ ਦੀ ਬਾਲਕਨੀ ਪਬਲਿਕ ਲੈਂਡ ਤੇ ਆਦੀ ਹੈ ਉਹਦਾ ਵੀ ਤੁਸੀਂ ਵਨ ਟਾਈਮ ਯੂਸੇਜ ਚਾਰजेस ਦਿਓ ਤੇ ਅਸੀਂ ਤੋੜਾਂਗੇ ਨਹੀਂ ਉਹਨੂੰ। ਜੇ ਅਗਰ ਗੱਲ ਕੀਤੀ ਜਾਵੇ ਸ਼ਹਿਰ ਦੀ ਮੇਅਰ ਦੀ, ਪੁਰਾਣੇ ਨੇਤਾਵਾਂ ਦੀ ਜਿਨ੍ਹਾਂ ਦੀ ਸਰਕਾਰ ਵੀ ਰਹੀ ਹੈ ਨਾ, ਉਸ ਦੌਰ 'ਚ ਰੈਜ਼ੀਡੈਂਟ ਵੈਲਫੇਅਰ ਨੂੰ ਕਿਸੇ ਤਰੀਕੇ ਦੀ ਮਦਦ ਕੀਤੀ ਗਈ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਖੜੇ ਹੋਣ ਦੀ ਕੋਸ਼ਿਸ਼ ਕੀਤੀ ਗਈ? ਇਹਦੇ ਬਾਰੇ ਕੁਝ ਆਖਣਾ ਚਾਹੋਗੇ? ਇਹਦੇ ਬਾਰੇ ਇਸ ਤਰ੍ਹਾਂ ਜੀ, ਪਹਿਲੇ ਤਾਂ 15 ਸਾਲ ਕਾਂਗਰਸ ਦੀ ਗਵਰਨਮੈਂਟ ਰਹੀ, ਕਾਂਗਰਸ ਦੀ ਗਵਰਨਮੈਂਟ ਵੀ ਇਹੀਓ ਕਹਿੰਦੀ ਰਹੀ ਕਿ ਵੀ ਅਸੀਂ ਤੁਹਾਡਾ ਇਹ ਕਰਵਾਤਾ ਉਹ ਕਰਵਾਤਾ, ਵੇਅਰ ਐਜ਼ ਰੈਜ਼ੀਡੈਂਟ ਜਿਹੜੇ ਸੀਗੇ ਉਹ ਟੋਟਲ ਸਫਰਰ ਰਹੇ, ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਾ। ਔਰ ਜਿਹੜੇ ਉਹ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਹੁੰਦੇ ਸੀਗੇ ਉਹ ਕਹਿੰਦੇ ਜੀ ਲੋਕਲ ਐਡਮਿਨਿਸਟ੍ਰੇਸ਼ਨ ਸਾਡੀ ਸੁਣਦੀ ਨਹੀਂ ਹੈਗੀ। ਹੁਣ ਜਿਹੜਾ ਹੈਗਾ ਬੀਜੇਪੀ ਗਵਰਨਮੈਂਟ ਆਈ ਹੈ, 7 ਸਾਲ ਇਹਨਾਂ ਨੂੰ ਵੀ ਹੋ ਗਏ ਨੇ, ਇਹ ਵੀ ਇਸ ਤਰ੍ਹਾਂ ਹੀ ਲਾਰੇ ਲਾਈ ਜਾਂਦੇ ਨੇ। ਤੇ ਹੁਣ ਜਿਹੜਾ ਹੈਗਾ ਇਸ ਵੇਲੇ ਸਾਰੇ ਚੰਡੀਗੜ੍ਹ ਦੇ ਵਿੱਚ ਆਪਣੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਸਾਰੀਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਦੇ ਉੱਤੇ ਆਈਆਂ ਨੇ ਤੇ ਇਹ ਹੁਣ ਇਕੱਠਾ ਕਰਕੇ ਤੇ ਐਡਮਿਨਿਸਟ੍ਰੇਸ਼ਨ ਨੂੰ ਇਹ ਦੱਸਣਾ ਚਾਹੁੰਦੇ ਕਿ ਵੀ ਤੁਸੀਂ ਸਾਡੇ ਤੇ ਐਵੇਂ ਵਾਇਲੇਸ਼ਨ ਦੀ ਕਰਕੇ ਔਰ ਨੋਟਿਸ ਦਾ ਦੇ ਕੇ ਇਹ ਸਾਡੇ ਤੇ ਜਾਇਜ਼ਤੀ ਨਾ ਕੀਤੀ ਜਾਏ। ਇਹਨੂੰ ਵਨ ਟਾਈਮ ਸੈਟਲਮੈਂਟ ਜਿਵੇਂ ਦਿੱਲੀ ਦੇ ਵਿੱਚ ਕੀਤਾ ਸੀਗਾ, ਵਨ ਟਾਈਮ ਸੈਟਲਮੈਂਟ ਕਰਕੇ ਤੇ ਇਹਨਾਂ ਨੂੰ ਰਿਲੀਫ ਦਿੱਤਾ ਜਾਏ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹਰਹਾਲ ਦੋਸਤੋ, ਅਗਰ ਚੰਡੀਗੜ੍ਹ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਉਹ ਦਿੱਲੀ ਮੋਡਿਊਲ ਨੂੰ ਲਾਗੂ ਕਰਨ ਦੀ ਗੱਲ ਆਖਦੇ ਹੋਏ ਇਸ ਦੇ ਉੱਤੇ ਰਿਲੀਫ ਮੰਗ। ਬਹਰਹਾਲ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦੂਜੇ ਪਾਸੇ ਜ਼ਰਾ ਨਜ਼ਾਰਾ ਵਿਖਾਉਣ ਕਿ ਜਿੱਥੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਉਹ ਸਾਡੇ ਸ਼ਹਿਰ ਦੀ ਪੁਰਾਣੀ ਮੇਅਰ ਰਹਿ ਚੁੱਕੀ ਪੂਨਮ ਸ਼ਰਮਾ ਨੂੰ ਘੇਰ ਕੇ ਖੜੇ ਨੇ, ਨਾਲ ਉਹਨਾਂ ਦੇ ਕਾਂਗਰਸੀ ਕਾਉਂਸਲਰ ਲੱਕੀ ਜੀ ਵੀ ਨੇ। ਬਹਰਹਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਨਾ ਚਾਹਾਂਗੇ ਪੂਨਮ ਸ਼ਰਮਾ ਕੋਲੋਂ, ਕਿਉਂਕਿ ਉਹ ਹਾਊਸਿੰਗ ਬੋਰਡ ਦਾ ਕਾਰਜਭਾਰ ਵੀ ਸੰਭਾਲਦੇ ਨੇ। ਹਾਊਸਿੰਗ ਬੋਰਡ ਦੇ ਵਿੱਚ ਜਿਹੜੇ ਪੂਨਮ ਸ਼ਰਮਾ ਨੇ ਉਹ ਡਾਇਰੈਕਟਰ ਵੀ ਨੇ। ਬਹਰਹਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਦੀ ਜਿਹੜੀ ਪ੍ਰੋਬਲਮਸ ਨੇ ਤੇ ਜਿਹੜੀਆਂ ਦਿੱਕਤਾਂ ਉਹਨਾਂ ਵੱਲੋਂ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਉਹਨਾਂ ਨੂੰ ਹੱਲ ਕਰਨ ਦੇ ਲਈ ਉਹ ਕਿਸ ਤਰੀਕੇ ਨਾਲ ਕੋਸ਼ਿਸ਼ ਕਰਨਗੇ, ਕਿਸ ਤਰੀਕੇ ਦਾ ਵਤੀਰਾ ਅਪਣਾਉਣਗੇ, ਕਿਉਂਕਿ ਹਾਊਸਿੰਗ ਬੋਰਡ ਦਾ ਕਾਰਜਭਾਰ ਵੀ ਮੈਡਮ ਪੂਨਮ ਸ਼ਰਮਾ ਜਿਹੜੇ ਕਿ ਪਹਿਲਾਂ ਮੇਅਰ ਵੀ ਰਹਿ ਚੁੱਕੇ ਨੇ ਉਹ ਸਾਂਭਦੇ ਨੇ। ਇਸ ਦੇ ਲਈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਇੱਦਾਂ ਹੈ ਜੀ, ਮੈਨੂੰ ਇੱਦਾਂ ਲੱਗਦਾ ਹੈ ਵੀ ਹੁਣ ਸਾਰੇ ਅਸੀਂ ਭੈਣ ਭਰਾ ਇਕੱਠੇ ਹੋ ਗਏ ਆ। ਉਹ ਦਿਨ ਦੂਰ ਨਹੀਂ ਕਿ ਸ਼ਹਿਰ 'ਚ ਕੋਈ ਵੱਡਾ ਚੇਂਜ ਆਉਣ ਵਾਲਾ। ਮੇਰੇ ਨਾਲ ਮੇਰੇ ਸਾਥੀ ਡਾਇਰੈਕਟਰ ਸਾਹਿਬ ਹਿਤੇਸ਼ਪੁਰੀ ਜੀ ਵੀ ਆ, ਬਾਕੀ ਨਿਰਮਲਾ ਜੀ, ਜਿੰਨੇ ਆਪਾਂ ਸਾਰੇ ਭੈਣ ਭਰਾ ਇਕੱਠੇ ਹੋ ਗਏ ਆ। ਬਿਲਕੁਲ ਸਹੀ ਗੱਲ ਹੈ। ਇਹਦੇ ਬਾਰੇ ਮੈਂ ਕਿਰਨ ਖੇਰ ਜੀ ਨਾਲ ਵੀ ਡਿਸਕਸ ਕਰੂੰਗੀ ਕਿ ਉਹ ਵੀ ਚਾਹ ਕੇ ਦਿੱਲੀ ਜਿਹੜੀ ਪਾਲਿਸੀ ਅਸੀਂ ਲਿਆਉਣਾ ਚਾਹੁੰਦੇ ਆ ਇਹਦੇ ਬਾਰੇ ਆ ਕੇ ਡਿਸਕਸ ਕਰਨ ਔਰ ਸੈਂਟਰ ਤੱਕ ਸਾਡੀ ਆਵਾਜ਼ ਉੱਪਰ ਪਹੁੰਚਾਉਣ, ਤਾਂ ਕਿ ਇਹ ਪਬਲਿਕ ਦਾ ਕੰਮ ਹੈ ਔਰ ਇਹ ਨੀਡ ਬੇਸਡ ਚੇਂਜਿਸ ਹੈ ਹਰ ਆਦਮੀ ਦੀ। ਬਿਲਕੁਲ ਆ ਤੁਹਾਡੇ ਮੈਂ ਹੁਣ ਸੁਣ ਰਹੀ ਸੀ ਕਿ ਉੱਪਰ ਇੱਕ 77 ਸਾਲ ਦੇ ਬਜ਼ੁਰਗ ਨੂੰ ਟਾਇਲਟ ਉੱਪਰ ਜਾਣਾ ਪੈ ਰਿਹਾ। ਬਹੁਤ ਮੈਨੂੰ ਲੱਗਦਾ ਨਿੰਦਨੀय ਗੱਲ ਹੈ ਔਰ ਉਹਨੂੰ ਆਪਾਂ ਨੂੰ ਇਸ 'ਤੇ ਹੋਮਵਰਕ ਕਰਨਾ ਚਾਹੀਦਾ ਹੈ। ਔਰ ਇਸ ਵਾਰ ਬੜੀ ਸਾਨੂੰ ਖੁਸ਼ੀ ਹੈ ਕਿ ਜਿੰਨੇ ਸਾਡੇ ਇੱਥੇ ਹਾਊਸਿੰਗ ਬੋਰਡ ਦੀ ਵੈਲਫੇਅਰ ਸੁਸਾਇਟੀਆਂ, ਜਿੰਨੇ ਸਾਡੇ ਯੂਨਿਟ ਹੈ ਔਰ ਉਹ ਸਾਰੇ ਇੱਕ ਮੰਚ 'ਤੇ ਪਹੁੰਚ ਗਏ ਔਰ ਸਾਰੇ ਡਾਇਰੈਕਟਰ ਇਸ ਵਾਰ ਅਸੀਂ ਮਿਲ ਕੇ ਤੁਹਾਡੇ ਸਾਰਿਆਂ ਨਾਲ ਆਵਾਜ਼ ਬੁਲੰਦ ਕਰਦੇ ਹਾਂ ਔਰ ਉਹ ਦਿਨ ਦੂਰ ਨਹੀਂ ਕਿ ਬਹੁਤ ਜਲਦੀ ਕੋਈ ਪੋਜ਼ਿਟਿਵ ਰਿਜ਼ਲਟ ਸਾਨੂੰ ਮਿਲਣੇ ਆ ਜੀ। ਬਹਰਹਾਲ ਅਗਰ ਗੱਲ ਕੀਤੀ ਜਾਵੇ ਰਿਤੇਸ਼ ਪੁਰੀ ਜੀ ਤਾਂ ਉਹ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ ਅਤੇ ਹਾਊਸਿੰਗ ਬੋਰਡ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਾ ਹੱਲ ਕਿਸ ਤਰੀਕੇ ਨਾਲ ਲੱਭਿਆ ਜਾਵੇਗਾ ਇਹ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਜੀ, ਮੈਂ ਕਲਾਫਟ ਦਾ ਚੇਅਰਮੈਨ ਹੋਣ ਦੇ ਨਾਤੇ ਵੀ ਔਰ ਹਾਊਸਿੰਗ ਬੋਰਡ ਦੇ ਡਾਇਰੈਕਟਰ ਹੋਣ ਦੇ ਨਾਤੇ ਵੀ ਮੈਂ ਇਹ ਚੀਜ਼ ਅਸ਼ੋਰ ਕਰਦਾ ਹਾਂ ਪਬਲਿਕ ਨੂੰ ਔਰ ਆਪਣੇ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਆ ਉਹਨਾਂ ਨੂੰ ਹੈ ਕਿ ਜਿਹੜੀ ਹੁਣ ਟੀਮ ਸਾਡੀ ਬਣੀ ਹੈ ਬੋਰਡ ਆਫ ਡਾਇਰੈਕਟਰਸ, ਅਸੀਂ 3 ਬੰਦੇ ਸਾਨੂੰ ਚੁਣ ਕੇ ਭੇਜਿਆ ਗਿਆ ਹੈ। ਅਸੀਂ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਹੈ ਬੜੀ ਅੱਛੀ ਤਰ੍ਹਾਂ ਸਮਝਦੇ ਹਾਂ ਕਿਉਂਕਿ ਅਸੀਂ RW ਨਾਲ ਅੱਜ ਤੋਂ ਨਹੀਂ ਜੁੜੇ ਹੋਏ, ਸਾਨੂੰ 15 ਸਾਲ ਤੋਂ ਅਸੀਂ RW ਨਾਲ ਜੁੜੇ ਹੋਏ ਹਾਂ ਔਰ ਹਾਊਸਿੰਗ ਬੋਰਡ ਦੇ ਮਕਾਨ ਵਿੱਚ ਹੀ ਅਸੀਂ ਰਹਿੰਦੇ ਹਾਂ ਔਰ ਸਮੱਸਿਆ ਨੂੰ ਬੜੀ ਚੰਗੀ ਤਰ੍ਹਾਂ ਅਸੀਂ ਸਮਝਦੇ ਹਾਂ। ਔਰ
ਜਿਸ ਹਿਸਾਬ ਦੇ ਨਾਲ ਸਾਨੂੰ ਸੁਝਾਅ ਅੱਗਿਓਂ ਸਾਡੇ ਜਿਹੜੇ ਸਾਥੀ ਨੇ ਹਾਊਸਿੰਗ ਬੋਰਡ ਦੇ ਜਿਹੜੇ ਬਸ਼ਿੰਦੇ ਨੇ ਲੀਡਰ ਨੇ ਸਾਨੂੰ ਦਿੰਦੇ ਨੇ, ਔਰ ਅਸੀਂ ਉਹਨਾਂ ਦੀਆਂ ਬਾਹਾਂ ਬਣ ਕੇ ਜਿਹੜਾ ਇਹਨਾਂ ਦਾ ਸੰਦੇਸ਼ ਹੈ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ ਬੜੇ ਬਖੂਬੀ ਢੰਗ ਨਾਲ ਇਹਨੂੰ ਲੈ ਰਹੇ ਹਾਂ। ਔਰ ਸਾਨੂੰ ਉਮੀਦ ਹੈ ਕਿਉਂਕਿ ਜਿਹੜੇ ਐਡਵਾਈਜ਼ਰ ਸਾਹਿਬ ਵੀ ਨੇ ਸਾਡੇ ਚੇਅਰਮੈਨ ਹਾਊਸਿੰਗ ਬੋਰਡ ਦੇ, ਉਹ ਬੜੇ ਪੋਜ਼ਿਟਿਵ ਨੇ ਇਸ ਮਾਮਲੇ ਵਿੱਚ। ਉਹਨਾਂ ਨੇ ਵੀ ਬਲਕਿ ਅਸ਼ੋਰ ਕੀਤਾ ਹੈ ਕਿ ਜੋ ਵੀ ਅਸੀਂ ਪ੍ਰਪੋਜ਼ਲਸ ਜਾਂ ਜੋ ਵੀ ਲੈ ਕੇ ਜਾਵਾਂਗੇ ਔਰ ਬਹੁਤ ਜਲਦੀ ਹੀ ਇਹਦਾ ਸੋਲੂਸ਼ਨ ਸਾਡੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਰੈਜ਼ੀਡੈਂਟਸ ਨੂੰ ਮਿਲੇਗਾ ਔਰ ਉਹਨਾਂ ਦੀ ਫੇਵਰ ਵਿੱਚ ਇਹ ਗੱਲ ਜਾਏ। ਬਹਰਹਾਲ ਦੋਸਤੋ, ਅਗਰ ਇਹਨਾਂ ਲੋਕਾਂ ਦੀ ਗੱਲਾਂ ਤੇ ਗੌਰ ਕੀਤਾ ਜਾਵੇ ਤਾਂ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈਗੀ ਉਹਦੇ ਮਸਲਿਆਂ ਨੂੰ ਚੁੱਕਦੇ ਹੋਏ ਇਹ तमाम ਲੋਕ ਹਾਊਸਿੰਗ ਬੋਰਡ ਦੇ ਡਾਇਰੈਕਟਰ ਨਾਲ ਗੱਲਬਾਤ ਕਰਦੇ ਹੋਏ ਉਸ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਆਸ਼ਵਾਸਨ ਦੇ ਚੱਲਦੇ, ਇਹਨਾਂ ਵਾਅਦਿਆਂ ਦੇ ਚੱਲਦੇ ਕਿਤੇ ਨਾ ਕਿਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਹਾਊਸਿੰਗ ਬੋਰਡ ਵਿੱਚ ਰਹਿਣ ਵਾਲੇ ਘਰਾਂ ਦੇ ਅੰਦਰ ਜਿਹੜੇ ਲੋਕ ਵਸੇ ਹੋਏ ਨੇ ਉਹਨਾਂ ਵਿੱਚ ਇੱਕ ਨਾ ਇੱਕ ਨਵੀਂ ਉਮੀਦ ਜਗੀ ਹੈ। ਬਹਰਹਾਲ ਇਸ ਤੇ ਅੱਗੇ ਕਿਸ ਤਰੀਕੇ ਦੀ ਰਣਨੀਤੀ ਬਣਦੀ ਹੈ, ਅੱਗੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਆਪਣੀ ਮੰਗ ਨੂੰ ਦਰੁਸਤ ਕਰਦੇ ਹੋਏ ਕਿਵੇਂ ਹਾਊਸਿੰਗ ਬੋਰਡ ਅੱਗੇ ਪੁਖਤਾ ਤਰੀਕੇ ਨਾਲ ਆਪਣੀ ਗੱਲ ਰੱਖਦੀਆਂ ਨੇ ਅਤੇ ਉਸ ਵਿੱਚ ਕਿੰਨਾ ਕਾਮਯਾਬ ਹੋ ਪਾਉਂਦੀਆਂ ਨੇ, ਇਹ ਆਉਣ ਵਾਲਾ ਵੇਲਾ ਦੱਸੇਗਾ। ਬਹਰਹਾਲ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਗਗਨਦੀਪ ਨਾਰੰਗ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।